आप सवारे मैं मिलहे, मैं मिलिया सुख होए। जे तू मेरा होए रहे, सब जग तेरा होए। फरीदा जे तू मेरा होए रहे, सब जग तेरा होए। कहाँ बुद्ध प्रभ तुच्छ हमारी, बरन सके महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सम्मानयोग गुरु प्यारी साध संगत जी, सतगुरु जी की किरपा हुई है। पावन दरबार दियां हाजरियां भरन दा ਇਹ ਕੀਮਤੀ ਸਮਾਂ ਸਾਨੂੰ ਨਸੀਬ ਹੋਇਆ ਹੈ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਹਿਤ ਆਖਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਟੋਡੀ ਰਾਗ ਦੇ ਵਿੱਚ 711 ਅੰਗ ਤੋਂ ਆਰੰਭ ਹੋ ਕੇ 712 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਦੋਂ ਵਾਹਿਗੁਰੂ ਨੂੰ ਜਿੰਦ ਭੁੱਲ ਜਾਂਦੀ ਆ, ਜਦੋਂ ਜਿੰਦ ਵਾਹਿਗੁਰੂ ਨੂੰ ਭੁਲਾ ਦਿੰਦੀ ਹੈ, ਤਾਂ ਉਦੋਂ ਉਹ ਮਾਇਆ ਦੇ ਹੱਥੋਂ ਸਦਾ ਹੀ ਉਹਦੀ ਬੇਪਤੀ ਹੁੰਦੀ ਆ, ਬੇਇੱਜ਼ਤ ਵਾਲਾ ਜੀਵਨ ਹੁੰਦਾ। ਪਰ ਜਦੋਂ ਵਾਹਿਗੁਰੂ ਨੂੰ ਜਿੰਦ ਯਾਦ ਰੱਖਦੀ ਆ, ਫਿਰ ਉਹਨੂੰ ਕੋਈ ਵਿਕਾਰ ਧੋਖਾ ਨਹੀਂ ਦੇ ਸਕਦਾ। ਮਾਲਕ ਦੀ ਓਟ ਉਹਦੇ ਸਿਰ ਤੇ, ਵਾਹਿਗੁਰੂ ਦਾ ਹੱਥ ਉਹਦੇ ਸਿਰ ਤੇ ਹੁੰਦਾ। ਗੁਰਸਿੱਖ ਦੇ ਕੋਈ ਵੀ ਵਿਕਾਰ ਉਹਨੂੰ ਛੋਹ ਨਹੀਂ ਸਕਦਾ, ਪੋਹ ਨਹੀਂ ਸਕਦਾ। ਬਿਨਾਂ ਸਿਮਰਨ ਤੋਂ ਜਿਹੜੀ ਜ਼ਿੰਦਗੀ ਆ, ਬਿਨਾਂ ਸਿਮਰਨ ਤੋਂ ਜੋ ਜ਼ਿੰਦਗੀ ਆ, ਉਹ ਸੱਪ ਦੇ ਵਾਂਗ ਹੁੰਦੀ ਆ। ਜਿਵੇਂ ਸੱਪ ਦੇ ਵਿੱਚ ਜ਼ਹਿਰ ਹੁੰਦੀ ਆ, ਉਮਰ ਉਹਦੀ ਬਹੁਤ ਲੰਮੀ ਹੁੰਦੀ ਆ। ਫੁੱਲਾਂ ਦੇ ਵਿੱਚ ਖੁਸ਼ਬੂ ਹੁੰਦੀ ਆ, ਪਰ ਜ਼ਿੰਦਗੀ ਉਹਨਾਂ ਦੀ ਬੜੀ ਥੋੜ੍ਹੀ ਹੁੰਦੀ ਆ। ਫੁੱਲਾਂ ਵਿੱਚ ਖੁਸ਼ਬੂ ਆ, ਦਿਨ ਭਾਵੇਂ ਥੋੜ੍ਹੇ ਆ, ਸਭ ਨੂੰ ਚੰਗੇ ਲੱਗਦੇ ਆ, ਪਿਆਰੇ ਲੱਗਦੇ ਆ,
ਲੋਕ ਇਹਨਾਂ ਨੂੰ ਤੋੜ ਕੇ ਆਪਣੇ ਘਰਾਂ ਵਿੱਚ ਰੱਖਦੇ ਆ, ਸਜਾਉਂਦੇ ਆ। ਬਿਨਾਂ ਸਿਮਰਨ ਤੋਂ ਜੀਵਨ ਸੱਪ ਦੇ ਵਾਂਗ ਹੈ, ਸਿਮਰਨ ਦੇ ਨਾਲ ਜੀਵਨ ਫੁੱਲਾਂ ਦੇ ਵਾਂਗ ਹੈ। ਨਵ ਖੰਡਨ ਕੋ ਰਾਜ ਕਮਾਵੇ। ਕੋਈ ਧਰਤੀ ਦੇ 9 ਹਿੱਸਿਆਂ ਨੂੰ ਵੀ ਜਿੱਤ ਲਵੇ, ਪਰ ਜੇ ਉਹ ਵਾਹਿਗੁਰੂ ਦੀ ਕਿਰਪਾ ਦੇ ਹੇਠਾਂ ਨਹੀਂ ਆਉਂਦਾ, ਕਿਰਪਾ ਦਾ ਪਾਤਰ ਨਹੀਂ ਬਣਦਾ, ਤਾਂ ਅੰਤ ਚੱਲੇ ਗੋ ਹਾਰੀ। ਜੀਵਨ ਨੂੰ ਉਹਨੂੰ ਹਾਰ ਕੇ ਜਾਣਾ ਪੈਂਦਾ ਇੱਥੋਂ। ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਗੁਣ ਪਰਮਾਤਮਾ ਦੇ ਉਹਨੇ ਹੀ ਗਾਏ ਆ ਜਿਹਦੇ ਤੇ ਮਾਲਕ ਦੀ ਕਿਰਪਾ ਹੋਈ ਆ। ਉਹਦਾ ਜੀਵਨ ਵੀ ਧਨ ਆ, ਉਹਨੂੰ ਜਨਨ ਵਾਲੇ ਮਾਤਾ ਪਿਤਾ ਵੀ ਧਨ ਆ। ਗੁਰੂ ਵੀ ਐਸੇ ਗੁਰਸਿੱਖ ਤੋਂ ਕੁਰਬਾਨ ਜਾਂਦੇ ਆ ਜਿਹਨੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਸਾਂਭ ਰੱਖਿਆ ਹੈ। ਸੋ ਆਓ ਆਪਾਂ ਇਹ ਹੁਕਮਨਾਮੇ ਨੂੰ ਸਮਝੀਏ। ਇਹਦੇ ਵਿੱਚ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਂਦੇ ਆ। 2 ਤਰ੍ਹਾਂ ਦਾ ਜੀਵਨ ਹੁੰਦਾ ਹੁਣ। ਸ਼ਿਕਵਿਆਂ ਦੇ ਵਿੱਚ ਜਿਉਣਾ, ਸ਼ੁਕਰਾਨੇ ਦੇ ਵਿੱਚ ਜਿਉਣਾ। ਸ਼ਿਕਵਿਆਂ ਦੇ ਵਿੱਚ ਜੀਣ ਵਾਲਾ ਸ਼ੁਕਰਾਨੇ 'ਚ ਨਹੀਂ ਜਿਉ ਸਕਦਾ, ਸ਼ੁਕਰਾਨੇ 'ਚ ਜਿਉਣ ਵਾਲਾ ਸ਼ਿਕਵਿਆਂ 'ਚ ਨਹੀਂ ਜੀ ਸਕਦਾ। 10 ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਬਿਖੋਟ ਗਵਾਵੇ। ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕੋਹ ਕਹਾ ਕਰੇ। ਜਿਸ ਠਾकुर ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰ। ਵਾਹਿਗੁਰੂ ਤੋਂ ਕੁਝ ਮੰਗਿਆ, ਇੱਕ ਚੀਜ਼ ਮੰਗੀ ਨਹੀਂ ਮਿਲੀ, ਪਰ ਜਿਹੜੀਆਂ 10 ਮਿਲੀਆਂ ਸੀ ਉਹ ਵੀ ਦਿਖਣੀਆਂ ਬੰਦ ਹੋ ਗਈਆਂ ਕਿ ਇਹ ਵੀ ਉਹਨੇ ਮੈਨੂੰ ਦਿੱਤੀਆਂ। ਇੱਕ ਚੀਜ਼ ਮੈਨੂੰ ਮਿਲੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਇਹ ਮੈਨੂੰ ਕਿਉਂ ਨਹੀਂ ਦਿੱਤੀ, ਸ਼ਿਕਵਾ ਪੈਦਾ ਹੋ ਗਿਆ। ਜੇ ਪਰਮਾਤਮਾ ਉਹ 10 ਵੀ ਖੋਹ ਲਵੇ ਦਿੱਤੀਆਂ ਹੋਈਆਂ ਤੇ ਉਹ ਇੱਕ ਵੀ ਨਾ ਦੇਵੇ, ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕੋ ਕਹਾਂ ਕਰੇ। ਤਾਂ ਹੇ ਬੰਦਿਆ, ਫਿਰ ਤੂੰ ਉਹਦੇ ਅੱਗੇ ਕੀ ਕਰ ਲੇਗਾ? ਤੂੰ ਉਹਦਾ ਕੀ ਵਿਗਾੜ ਸਕਦਾ ਹੈ? ਜਿਸ ਠਾकुर ਸਿਉ ਨਾਹੀ ਚਾਰਾ, ਜਿਸ ਮਾਲਕ ਅੱਗੇ ਚਾਰਾ ਨਹੀਂ ਚੱਲਦਾ, ਸਾਡਾ ਪੇਸ਼ ਨਹੀਂ ਜਾਂਦੀ, ਤਾਕੋ ਕੀਜੈ ਸਦ ਨਮਸਕਾਰ। ਉਹਨੂੰ ਨਮਸਕਾਰ ਕਰਕੇ ਜ਼ਿੰਦਗੀ ਜਿਉਣ ਵਿੱਚ ਭਲਾਈ ਆ। ਸ਼ੁਕਰਾਨੇ ਵਿੱਚ ਹੀ ਜੀਵਨ ਜਿਉਣਾ ਚਾਹੀਦਾ ਹੈ। ਕੋਈ ਬਣ ਗਿਆ ਰੌਣਕ ਪੱਕੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਿਰ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਬਾਬਾ ਫਰੀਦ ਜੀ ਵੀ ਆਖਦੇ ਆ, ਜੀਵਨ ਨੂੰ ਜਿਉਣ ਤੋਂ ਪਹਿਲਾਂ ਬਹੁਤ ਡੂੰਘੀ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਕਿਤੇ ਸਾਡੇ ਸਾਹ ਜਿਹੜੇ ਆ ਬੇਅਰਥੇ ਨਾ ਚਲੇ ਜਾਣ। ਜੀਵਨ ਸਾਡਾ ਵਾਹਿਗੁਰੂ ਖੁਦਾ ਨੂੰ ਭੁਲਾ ਕੇ ਖੁਆਰ ਨਾ ਹੋ ਜੇ, ਜ਼ਿੰਦਗੀ ਬਰਬਾਦ ਨਾ ਹੋਵੇ। ਤਾਂ ਕਰਕੇ ਆਪਣੇ ਖੁਦਾ ਨੂੰ, ਆਪਣੇ ਗੁਰੂ ਨੂੰ ਚੇਤੇ 'ਚ ਰੱਖਣਾ ਚਾਹੀਦਾ। ਆਓ ਆਪਾਂ ਸਮਝੀਏ ਇਸ ਵਾਕ ਨੂੰ। ਬਹੁਤ ਪਿਆਰਾ ਹੁਕਮਨਾਮਾ। ਟੋਡੀ ਮਹੱਲਾ ਪੰਜਵਾ। ਰਾਗ ਟੋਡੀ ਹੈ। ਮਹੱਲਾ ਪੰਜਵਾ ਤੋਂ ਭਾਵ 5ਵੇਂ ਗੁਰੂ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੀ। ਹਰ ਬਿਸਰਤ ਸਦਾ ਖੁਆਰੀ। ਹਰ ਬਿਸਰਤ, ਵਾਹਿਗੁਰੂ ਨੂੰ ਭੁਲਾ ਕੇ, ਵਿਸਾਰ ਕੇ। ਬਿਸਰਤ ਤੋਂ ਭਾਵ ਭੁੱਲ ਜਾਣਾ, ਸੁਰਤ 'ਚੋਂ ਕੱਢ ਦੇਣਾ, ਚੇਤੇ ਨਾ ਰੱਖਣਾ, ਭੁਲਾ ਦੇਣਾ, ਉਹਦਾ ਸਿਮਰਨ ਨਾ ਕਰਨਾ,
ਉਹਦਾ ਵਿਸਰ ਜਾਣਾ, ਉਹਦਾ ਕਦੇ ਵੀ ਦਿਲ 'ਚ ਖਿਆਲ ਨਾ ਆਉਣਾ ਮਾਲਕ ਦਾ। ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਨੂੰ ਭੁਲਾ ਕੇ ਸਦਾ ਹੀ ਬੰਦਾ ਖੁਆਰ ਹੁੰਦਾ। ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਉਹਨੂੰ ਹੁਣ ਧੋਖਾ ਕੀ ਲੱਗ ਸਕਦਾ? ਕੋਈ ਵਿਕਾਰ ਉਹਨੂੰ ਧੋਖਾ ਨਹੀਂ ਦੇ ਸਕਦਾ ਜਿਹਨੇ ਮਾਲਕ ਦਾ ਪੱਲਾ ਫੜ ਲਿਆ। ਜਾ ਕੋ ਓਟ ਤੁਹਾਰੀ, ਜਿਹਦੇ ਤੇ ਗੁਰੂ ਦੀ ਰਹਿਮਤ ਹੋ ਗਈ, ਫਿਰ ਉਹ ਕਿਸ ਤਰ੍ਹਾਂ ਵਿਕਾਰਾਂ ਵਿੱਚ ਫਸ ਸਕਦਾ ਜਾਂ ਧੋਖਾ ਖਾ ਸਕਦਾ? ਨਹੀਂ ਖਾ ਸਕਦਾ। ਕਦੇ ਵੀ ਉਹਨੂੰ ਕੋਈ ਵਿਕਾਰ ਛੋਹ ਨਹੀਂ ਸਕਦਾ। ਉਹ ਇਹਨਾਂ ਚੀਜ਼ਾਂ 'ਚੋਂ ਉੱਗੜ ਕੇ ਬਾਹਰ ਆ ਜਾਏਗਾ ਜਿਹਦੇ 'ਤੇ ਉਹਦੀ ਕਿਰਪਾ ਹੋ ਜਾਂਦੀ ਆ। ਸੰਗਤ ਜੋ ਕਰਦਾ ਹੈ ਮਨੁੱਖ, ਜਿਹੜਾ ਸਾਧ ਸੰਗਤ ਵਿੱਚ ਆ ਕੇ ਬੈਠਣ ਲੱਗ ਜਾਵੇ, ਉਹਦੀਆਂ ਮਾੜੀਆਂ ਆਦਤਾਂ ਹੌਲੀ ਹੌਲੀ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬੁਰੀਆਂ ਆਦਤਾਂ ਤੋਂ ਫਿਰ ਉਹ ਛੁਟਕਾਰਾ ਪਾ ਲੈਂਦਾ, ਗੁਣਾਂ ਦੇ ਨਾਲ ਉਹਦੀ ਸਾਂਝ ਬਣਦੀ ਆ। ਜ਼ਿੰਦਗੀ ਵਿੱਚ ਉਹ ਸ਼ੁਕਰਾਨੇ ਨਾਲ ਭਰ ਜਾਂਦਾ, ਸ਼ਿਕਵਿਆਂ ਤੋਂ ਦੂਰ ਹੋ ਜਾਂਦਾ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਰਹਾਉ ਤੋਂ ਅਗਲੀ ਪੰਕਤੀ ਆ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਉਹਨੂੰ ਚੇਤੇ ਰੱਖਣ ਤੋਂ ਜੋ ਜੀਵਨ ਜ਼ਿੰਦਗੀ ਆ, ਇਹ ਅੱਗ ਦੇ ਵਿੱਚ ਸੜ ਰਹੀ ਆ। ਜਿਹੜੇ ਸਾਹ ਨੇ ਉਹ ਸਵਾਹ ਹੋ ਚੁੱਕੇ ਆ। ਸਰਪ ਜੈਸੇ ਅਰਜਾਰੀ, ਸੱਪ ਦੇ ਵਾਂਗ ਜੀਵਨ ਆ ਜਿਹਦੇ ਵਿੱਚ ਬੜੀ ਜ਼ਹਿਰ ਹੁੰਦੀ ਆ। ਸ਼ਿਕਵਿਆਂ ਵਾਲਾ ਮਨੁੱਖ, ਉਹਦੀ ਜ਼ਿੰਦਗੀ ਸਰਪ ਦੇ ਵਾਂਗ ਆ ਜਿਹੜਾ ਬਹੁਤ ਜ਼ਹਿਰ ਨਾਲ ਭਰਿਆ, ਦੂਜਿਆਂ ਨੂੰ ਵੀ ਡੰਗਦਾ, ਆਪ ਵੀ ਜ਼ਹਿਰ ਆ ਉਹਦੇ ਅੰਦਰ। ਆਪਣੀ ਜ਼ਹਿਰ ਨੂੰ ਸ਼ਾਂਤ ਕਰਨ ਲਈ ਫਣ ਖਿਲਾਰ ਕੇ ਦੂਜਿਆਂ ਨੂੰ ਡੰਗ ਮਾਰਨਾ ਚਾਹੁੰਦਾ ਹੈ। ਬਿਨਾਂ ਸਿਮਰਨ ਤੋਂ ਮਨੁੱਖ ਸੱਪ ਵਾਂਗ ਆ, ਸਿਮਰਨ ਕਰਕੇ ਮਨੁੱਖ ਫੁੱਲਾਂ ਵਾਂਗ ਆ। ਮੰਨਦੇ ਆ ਫੁੱਲਾਂ ਦੀ ਜ਼ਿੰਦਗੀ ਥੋੜ੍ਹੀ ਹੁੰਦੀ ਆ, ਪਰ ਉਹਨਾਂ ਵਿੱਚ ਜ਼ਹਿਰ ਤਾਂ ਨਹੀਂ ਹੁੰਦੀ। ਮੰਨਦੇ ਆ ਸੱਪ ਦੀ ਜ਼ਿੰਦਗੀ ਬਹੁਤ ਵੱਡੀ ਹੁੰਦੀ ਆ, ਪਰ ਉਹਨਾਂ ਵਿੱਚ ਖੁਸ਼ਬੂ ਨਹੀਂ ਹੁੰਦੀ। ਨਵ ਖੰਡਨ ਕੋ ਰਾਜ ਕਮਾਵੇ, ਕੋਈ ਧਰਤੀ ਦੇ 9 ਹਿੱਸੇ ਵੀ ਜਿੱਤ ਲਵੇ, ਰਾਜ ਵੀ ਕਮਾ ਲਵੇ, ਪਰ ਜੇ ਉਹ ਮਾਲਕ ਨੂੰ ਚੇਤੇ ਨਹੀਂ ਕਰਦਾ, ਅੰਤ ਚੱਲੇ ਗੁਹਾਰੀ, ਅੰਤਲੇ ਸਮੇਂ ਹਾਰ ਕੇ ਜਾਵੇਗਾ। ਬਲਖ ਬੁਖਾਰੇ ਦਾ ਇੱਕ ਰਾਜਾ ਹੋਇਆ, ਨਾਮ ਸੀ ਉਹਦਾ ਇਬਰਾਹਿਮ। ਬਹੁਤ ਧਨਾੜ ਸੀ। ਸ਼ਮਸ਼ਾਨ ਘਾਟ ਦੇ ਵਿੱਚ ਆ ਕੇ, ਗਰਮੀ ਦਾ ਮੌਸਮ ਸੀ, ਬਹਿ ਗਿਆ। ਮੰਤਰੀਆਂ ਨੇ ਦੇਖਿਆ ਰਾਜੇ ਨੂੰ ਕੀ ਹੋ ਗਿਆ। ਕਹਿਣ ਲੱਗੇ, ਰਾਜਨ, ਗਰਮੀ ਦੇ ਮੌਸਮ ਦੇ ਵਿੱਚ ਇੱਥੇ ਆ ਕੇ ਸੱਜ ਗਏ ਹੋ। ਇੰਨੀ ਗਰਮੀ ਆ, ਮਹਿਲਾਂ ਵਿੱਚ ਚੱਲੋ ਖਾਂ। ਉੱਥੇ ਪੱਖਾ ਚੱਲਣ ਵਾਲੇ ਦਾਸ ਆ, ਨੌਕਰ ਚਾਕਰ ਨੇ, ਸ਼ਰਬਤ ਆ। ਇੱਥੇ ਕਿਉਂ ਆ ਕੇ ਸੱਜ ਗਏ ਹੋ? ਇੱਥੇ ਆਉਣ ਤੋਂ ਤੁਹਾਨੂੰ ਡਰ ਨਹੀਂ ਲੱਗਦਾ? ਚਲੋ ਉੱਠੋ, ਮਹਿਲਾਂ ਵਿੱਚ ਚੱਲੀਏ। ਬਲਖ ਬੁਖਾਰੇ ਦੇ ਰਾਜੇ ਨੇ ਆਖਿਆ ਮੰਤਰੀ ਨੂੰ, ਸੰਤਰੀ ਨੂੰ, ਕਹਿਣ ਲੱਗੇ, ਤੁਸੀਂ ਇਹ ਦੱਸੋ ਅਖੀਰ ਦੇ ਵਿੱਚ ਆਪਾਂ ਕਿੱਥੇ ਆਉਣਾ? ਸੱਚ ਸੱਚ ਇਹ ਗੱਲ, ਤੁਸੀਂ ਮੰਤਰੀ ਹੋ ਮੇਰੇ, ਤਨਖਾਹ ਲੈਂਦੇ ਹੋ, ਮੈਨੂੰ ਸੱਚ ਬਾਰੇ ਦੱਸੋ। ਅਖੀਰ ਵਿੱਚ ਬੰਦਾ ਕਿੱਥੇ ਆਉਂਦਾ? ਇੱਥੇ ਹੀ ਆਉਂਦਾ ਹੈ ਕਿ ਕਿਤੇ ਹੋਰ ਜਾਂਦਾ? ਉਹ ਮੰਤਰੀ ਕਹਿਣ ਲੱਗੇ, ਜੀ ਬਿਲਕੁਲ ਇਹ ਸੱਚ ਆ। ਜਦੋਂ ਇਨਸਾਨ ਮਰ ਜਾਂਦਾ ਹੈ, ਰੇ ਬੌਰੇ ਤੋਹੇ ਕਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਕਾਢੋ ਕਾਢੋ ਹੋਈ। ਇਨਸਾਨ ਦੇ ਸਰੀਰ ਨੂੰ, ਮਰੇ ਹੋਏ ਨੂੰ, ਤੇ ਕਬਰਿਸਤਾਨ ਵਿੱਚ ਲਿਆਂਦਾ ਜਾਂਦਾ, ਇੱਥੇ ਜਿੱਥੇ ਤੁਸੀਂ ਬੈਠੇ ਹੋ। ਇਸ ਕਰਕੇ ਫਿਰ ਉਹ ਕਹਿਣ ਲੱਗੇ, ਜੇ ਅਖੀਰਲੇ ਸਮੇਂ ਇੱਥੇ ਹੀ ਆਉਣਾ, ਫੇਰ ਇਹਦੇ ਤੋਂ ਡਰ ਕਾਹਦਾ? ਤੁਸੀਂ ਮੈਨੂੰ ਪੁੱਛ ਰਹੇ ਹੋ ਡਰ ਤਾਂ ਨਹੀਂ ਲੱਗਦਾ, ਇੱਥੇ ਆ ਕੇ ਬਹਿ ਜਾਂਦੇ ਹੋ। ਡਰ ਨਹੀਂ ਲੱਗਦਾ, ਸਗੋਂ ਇੱਥੇ ਆ ਕੇ ਮੈਨੂੰ ਦੁਨੀਆ ਦਾ ਉਹ ਸੱਚ ਨਜ਼ਰ ਆਉਂਦਾ ਜੋ ਮਹਿਲਾਂ ਵਿੱਚ ਸ਼ਾਇਦ ਕਦੇ ਨਾ ਆਵੇ। ਫਰੀਦਾ ਗੋਰ ਨਿਮਾਣੀ ਛੱਡ ਕਰੇ, ਗੋਰ ਕਹਿੰਦੇ ਆ ਕਬਰ ਨੂੰ।
ਨੇ ਘਰਿਆਂ ਘਰ ਆਓ, ਸਰ ਪਰ ਮੈਥੇ ਆਵਣਾ, ਮਰਨੋਂ ਨਾ ਡਰਿਆਓ। ਕਬਰ ਬੰਦੇ ਨੂੰ ਆਵਾਜ਼ਾਂ ਮਾਰਦੀ ਆ। ਬਾਬਾ ਫਰੀਦ ਜੀ ਕਹਿੰਦੇ ਸ਼ਮਸ਼ਾਨ ਘਾਟ ਬੰਦੇ ਨੂੰ ਆਵਾਜ਼ਾਂ ਮਾਰਦਾ ਕਿ ਬੰਦਿਆ, ਬਾਕੀ ਘਰ ਤੇਰੇ ਨਕਲੀ ਆ, ਅਸਲੀ ਘਰ ਤੇਰਾ ਮੈਂ ਹੀ, ਸੈਮਟਰੀ ਹਾਊਸ ਮੈਂ ਹੀ ਆ। ਤੂੰ ਇੱਦਾਂ ਕਰ, ਤੂੰ ਇਹ ਸੱਚ ਕਰ, ਦਿਲ ਦੇ ਵਿੱਚ ਯਕੀਨ ਰੱਖ ਕਿ ਮੈਂ ਹੀ ਤੇਰਾ ਅਸਲੀ ਘਰ ਆ। ਸ਼ਮਸ਼ਾਨ ਘਾਟ ਬੋਲ ਰਿਹਾ ਬੰਦੇ ਨੂੰ, ਗੌਰ ਕਬਰ ਕਹਿ ਰਹੀ ਆ, ਸਰ ਪਰ ਮੈਥੇ ਆਵਣਾ, ਅਖੀਰ ਤੂੰ ਮੇਰੇ ਕੋਲ ਹੀ ਆਉਣਾ, ਮਰਨੋਂ ਨਾ ਡਰਿਆਓ। ਮੈਥੋਂ ਡਰ ਨਾ, ਮੈਥੋਂ ਡਰਨ ਦੀ ਲੋੜ ਨਹੀਂ, ਮੈਂ ਹੀ ਤੈਨੂੰ ਅਖੀਰ ਵਿੱਚ ਸਾਂਭਣਾ, ਜਦੋਂ ਕਿਸੇ ਨੇ ਨਹੀਂ ਸਾਂਭਣਾ, ਮੈਂ ਹੀ ਤੈਨੂੰ ਸੰਭਾਲਣਾ। ਸਰ ਪਰ ਮੈਥੇ ਆਵਣਾ, ਤੂੰ ਮੈਥੋਂ ਕਿਉਂ ਇੰਨਾ ਡਰਦਾ ਹੈ, ਮਰਨੋਂ ਨਾ ਡਰਿਆਓ, ਡਰਨਾ ਮੇਰੇ ਤੋਂ, ਮੈਂ ਤੇਰਾ ਅਸਲੀ ਘਰ। ਤਾਂ ਇਹ ਸ਼ਮਸ਼ਾਨ ਘਾਟ ਜਾਂ ਕਬਰ ਸਥਾਨ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ, ਬੰਦੇ ਨੂੰ ਸੁਨੇਹੇ ਆਉਂਦੇ ਆ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਹੁਣ ਜਿਹੜਾ ਵਾਹਿਗੁਰੂ ਦਾ ਨਾਮ ਆ ਉਹ ਖਜ਼ਾਨਾ ਹੀ ਆ। ਸੰਗਤ ਕਰਨੀ, ਗੁਰੂ ਸਾਹਿਬ ਜੀ ਜਦੋਂ ਆਪਾਂ ਸੰਗਤ ਦੀ ਗੱਲ ਕਰਦੇ ਹਾਂ ਉਦੋਂ ਕਹਿੰਦੇ ਨੇ ਵੱਡ ਭਾਗੀ, ਵੱਡ ਭਾਗੀ। ਉਹ ਬੰਦਾ ਵੱਡੇ ਭਾਗਾਂ ਵਾਲਾ ਹੈ ਜਿਹੜਾ ਸਾਧ ਸੰਗਤ ਵਿੱਚ ਆ ਕੇ ਬਹਿੰਦਾ। ਗੁਰੂ ਸਾਹਿਬ ਜੀ ਇਹ ਨਹੀਂ ਆਖਦੇ ਕਿ ਉਹ ਬੰਦਾ ਵੱਡੇ ਭਾਗਾਂ ਵਾਲਾ ਜਿਹੜਾ ਜੂਆ ਖੇਡਦਾ, ਜੂਏ ਖਾਨੇ ਸ਼ਰਾਬ ਖਾਨੇ ਜਾ ਕੇ ਬਹਿੰਦਾ। ਉਹ ਬੰਦਾ ਵੱਡੇ ਭਾਗਾਂ ਵਾਲਾ ਜਿਹੜਾ ਬਹੁਤ ਰਾਜ ਮਹਿਲਾਂ 'ਚ ਜਾ ਕੇ ਬਹਿੰਦਾ। ਉਹ ਬੰਦਾ ਵੱਡੇ ਭਾਗਾਂ ਵਾਲਾ ਜਿਹੜਾ ਬਹੁਤ ਲੰਮੀ ਕਾਰ, ਮਹਿੰਗੀ ਕਾਰ 'ਚ ਬਹਿੰਦਾ। ਇਹ ਨਹੀਂ ਆਖਦੇ, ਇਹੀ ਆਖਦੇ ਆ ਜੋ ਸੰਗਤ ਵਿੱਚ ਆ ਕੇ ਬਹਿੰਦਾ ਉਹਦੇ ਵੱਡੇ ਭਾਗ ਆ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨਾਂ ਭਾਗਾਂ ਤੋਂ ਸੰਗਤ ਨਹੀਂ ਲੱਭਦੀ। ਸੰਗਤ ਨਾ ਲੱਭੇ ਕੀ ਹੁੰਦਾ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਿਨਾਂ ਬੰਦਾ ਮੈਲ ਨਾ ਭਰ ਜਾਂਦਾ, ਸ਼ਿਕਵਿਆਂ ਨਾ ਭਰ ਜਾਂਦਾ। ਭਾਵ ਕੀ, ਉਹਦੇ ਵਿੱਚ ਗਿਲੇ ਪੈਦਾ ਹੋ ਜਾਂਦੇ ਆ, ਉਹਦੇ ਵਿੱਚ ਉਲਾਂਭੇ ਪੈਦਾ ਹੋ ਜਾਂਦੇ ਆ, ਇੱਕ ਦੂਜੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਆ, ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਆ। ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਿਨਾਂ, ਗੁਰੂ ਦੀ ਸੰਗਤ ਬਿਨਾਂ ਮੈਲ ਨਾ ਬੰਦਾ ਇੰਨਾ ਭਰ ਜਾਂਦਾ। ਫਿਰ ਉਹ ਤੀਰਥਾਂ 'ਤੇ ਜਦੋਂ ਜਾਂਦਾ ਉਦੋਂ ਵੀ ਉਹਦੀ ਮੈਲ ਨਹੀਂ ਉਤਰਦੀ। ਉਹਨੂੰ ਸੰਗਤ ਦੀ ਲੋੜ ਪੈਂਦੀ ਆ, ਗੁਰੂ ਦੀ ਲੋੜ ਪੈਂਦੀ ਆ। ਤਾਂ ਅਸੀਂ ਉਹ ਇਨਸਾਨ ਆ ਜਿਹੜੇ ਜਦੋਂ ਤੋਂ ਜਨਮ ਲਿਆ ਉਦੋਂ ਤੋਂ ਮੈਲ ਨਾ ਭਰੇ ਹੋਏ ਹਾਂ। ਇਸ ਮੈਲ ਨੂੰ ਧੋਣ ਲਈ ਹੀ ਅਸੀਂ ਸਾਧ ਸੰਗਤ ਕਰਦੇ ਹਾਂ ਜਾਂ ਸਾਨੂੰ ਸੰਗਤ ਦੀ ਲੋੜ ਹੁੰਦੀ ਆ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਤਾਂ ਉਹ ਜਿਹੜਾ ਗੁਣਾਂ ਦਾ ਖਜ਼ਾਨਾ ਨਾਮ ਆ, ਉਹਨੂੰ ਕਿਸੇ ਵਿਰਲੇ ਵਿਰਲੇ ਨਹੀਂ ਗਾਇਆ। ਸੱਚੀ ਹੀ ਕੋਈ ਕਰੋੜਾਂ ਦੇ ਪਿੱਛੇ ਇੱਕ ਇਨਸਾਨ ਹੁੰਦਾ ਜਿਹਦੇ ਦਿਲ 'ਚ ਰੱਬ ਦੀ ਯਾਦ ਹੁੰਦੀ ਹੈ। ਹਰ ਬੰਦੇ ਦੇ ਅੰਦਰ ਨਹੀਂ ਹੁੰਦੀ। ਦੁਨੀਆ ਨੂੰ ਤਾਰਦੇ ਹੋਏ ਗੁਰੂ ਬਾਬਾ ਨਾਨਕ ਜੀ ਸਮੇਰ ਪਰਬਤ 'ਤੇ ਜਾਂਦੇ ਆ। ਲੜੀਵਾਰ ਸਾਖੀਆਂ ਜਿਹੜੀਆਂ ਆਪਾਂ ਸਰਵਣ ਕਰਦੇ ਹਾਂ, ਉੱਥੇ ਜਾ ਕੇ ਉਹ ਸਿੱਧ ਪੁੱਛਦੇ ਆ, ਗੁਰੂ ਮਹਾਰਾਜ ਤੁਸੀਂ ਗ੍ਰਸਤ ਜੀਵਨ ਧਾਰਨ ਕੀਤਾ ਹੈ, ਇਹਦੇ ਵਿੱਚ ਔਖਿਆਈ ਨਹੀਂ ਹੁੰਦੀ? ਇਹਦੇ ਵਿੱਚ ਬਚ ਕਿਵੇਂ ਜਾਂਦੇ ਹੋ ਮਾਇਆ ਤੋਂ? ਕਿਵੇਂ ਨਿਰਲੇਪ ਕਿਵੇਂ ਰਹਿ ਜਾਂਦੇ ਹੋ? ਕਿਸ ਤਰ੍ਹਾਂ ਪਰਿਵਾਰ ਵਿੱਚ ਖੁੱਭਦੇ ਨਹੀਂ ਹੈਗੇ? ਦੋ ਤੁਹਾਡੇ ਪੁੱਤਰ ਆ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਅਤੇ ਮਾਤਾ ਸੁਲੱਖਣੀ ਜੀ ਤੁਹਾਡੇ ਪਤਨੀ ਹਨ, ਪਰ ਤੁਸੀਂ ਬਚ ਕਿਵੇਂ ਗਏ ਸਾਰੀਆਂ ਚੀਜ਼ਾਂ ਤੋਂ? ਖੁੱਭੇ ਨਹੀਂ ਇਹਨਾਂ ਵਿੱਚ। ਉਹ ਕਹਿੰਦੇ ਪਰਿਵਾਰ ਵਿੱਚ ਰਹਿ ਕੇ ਹੀ ਬੰਦਗੀ ਜੋ ਕੀਤੀ ਆ, ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਪੈਦਾ ਹੋ ਕੇ ਚਿੱਕੜ ਤੋਂ ਉੱਪਰ ਹੋ ਜਾਂਦਾ, ਜਿਉਂ ਮੁਰਗਾਈ ਨੇ ਸਾਣੇ। ਮੁਰਗਾਬੀ ਜਿਹੜੀ ਬੱਤਕ ਆ ਪਾਣੀ 'ਚ ਰਹਿੰਦੀ ਆ ਪਰ ਖੰਭ ਨਹੀਂ ਭਿੱਜਣ ਦਿੰਦੀ ਆਪਦੇ,
ਲੱਤਾਂ ਉਹਦੀਆਂ ਪਾਣੀ 'ਚ ਖੰਭ ਉੱਪਰ ਆ, ਤੈਰ ਰਹੀ ਆ। ਇੱਦਾਂ ਮੈਂ ਜੀਵਨ ਬਤੀਤ ਕੀਤਾ। ਮੈਂ ਘਰ ਵਿੱਚ ਵੀ ਰਿਹਾ ਤੇ ਇਸ ਤਰ੍ਹਾਂ ਸਾਰਾ ਕੁਝ ਕੀਤਾ। ਮੋਦੀਖਾਨਾ ਸੰਭਾਲਿਆ, ਬਹੁਤ ਕਾਰਜ ਵੀ ਕੀਤੇ ਆ, ਪਰ ਮੈਂ ਆਪਣੇ ਆਪ ਨੂੰ ਨਾਮ ਦੇ ਵਿੱਚੋਂ ਇੰਨਾ ਜ਼ਿਆਦਾ ਮਗਨ ਕੀਤਾ, ਹੋਰ ਚੀਜ਼ਾਂ 'ਚ ਖੁੱਭਣ ਲਈ ਮੇਰੇ ਕੋਲ ਸਮਾਂ ਨਹੀਂ ਬਚਿਆ। ਬੇਅਰਥੇ ਕੰਮਾਂ ਵਾਸਤੇ ਮੈਂ ਆਪਦੀ ਜ਼ਿੰਦਗੀ ਨਹੀਂ ਬਤੀਤ ਕੀਤੀ। ਮੈਂ ਸਹੀ ਪਾਸੇ ਸਾਹਾਂ ਨੂੰ ਜੋੜਿਆ, ਇੱਕ ਇੱਕ ਸਕਿੰਟ ਨੂੰ ਮੈਂ ਰੱਬ ਨਾਲ ਜੋੜ ਕੇ ਰੱਖਿਆ। ਕੰਮ ਹੱਥਾਂ ਨਾਲ ਕੀਤੇ ਆ, ਰਸਨਾ ਨਾ ਉਹਨੂੰ ਜਪਿਆ। ਭਾਈ ਮਰਦਾਨਾ ਜੀ ਇਸ ਤਰ੍ਹਾਂ ਦੇ ਨਾਲ ਜਿਹੜੇ ਰਬਾਬ ਵਜਾਉਂਦੇ ਆ, ਭਾਈ ਬਾਲਾ ਜੀ, ਅਸੀਂ ਸਾਰਿਆਂ ਨੇ ਆਪਦੇ ਸਾਹਾਂ ਦਾ ਇਸਤੇਮਾਲ ਸਹੀ ਕੀਤਾ। ਫਿਰ ਪਰਿਵਾਰ ਵਾਲਾ ਜੀਵਨ ਕੀ ਕਹਿੰਦਾ ਹੈ, ਜੇ ਦਿਲ 'ਚ ਉਹਦੀ ਯਾਦ ਹੋਵੇ। ਸਿੱਧਾਂ ਨੂੰ ਮਹਾਰਾਜ ਨੇ ਆਖਿਆ, ਜੇ ਦਿਲ 'ਚ ਉਹਦੀ ਯਾਦ ਆ, ਮੁੱਖ ਤੁਹਾਡਾ ਸੱਜਣ ਦੇ ਵੱਲ ਆਪਣੇ, ਤੇ ਫਿਰ ਤੁਹਾਨੂੰ ਕੀ ਲੋੜ ਆ ਪਰੇਸ਼ਾਨ ਹੋਣ ਦੀ। ਪਰਿਵਾਰ ਵਾਲੇ ਜੀਵਨ ਦੇ ਵਿੱਚ ਵੀ ਸੋ ਸੁਖੀ ਆ, ਫਿਰ ਉਹ ਸੁਖੀ ਹੀ ਆ। ਧੰਨ ਉਸ ਜਨਮਾਂ। ਪਰਿਵਾਰਕ ਜੀਵਨ ਵਿੱਚ ਵੀ ਉਹ ਧੰਨ ਆ, ਜਨਮ ਲੈ ਕੇ ਨਾਨਕ ਤਿਸ ਬਲਿਹਾਰੀ। ਉਹਦੇ ਤੋਂ ਸਦਕੇ ਜਾਈਏ, ਟੋਟੇ ਟੋਟੇ ਹੋ ਕੇ ਕੁਰਬਾਨ ਜਾਈਏ। ਸੋ ਅੱਜ ਗੁਰੂ ਪਿਆਰੀ ਸੰਗਤ ਜੀ, ਬਹੁਤ ਸੋਹਣਾ ਦਿਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਸੰਪੂਰਨਤਾ ਦਿਵਸ ਅੱਜ। ਸਾਰਿਆਂ ਨੂੰ ਇਹਦੀ ਲੱਖ ਲੱਖ ਵਧਾਈ ਹੋਵੇ। ਸੋ ਆਓ ਆਪਾਂ ਸਮਝੀਏ ਇਹਦਾ ਕਾਰਨ ਕੀ ਸੀਗਾ, ਇਹ ਕਿਉਂ ਸੰਪੂਰਨਤਾ ਦਿਵਸ ਕਿਉਂ ਕਹਿੰਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14 ਯੁੱਧ ਕੀਤੇ ਆ। ਪਹਿਲੀ ਜੰਗ ਉਹਨਾਂ ਦੀ ਭੰਗਾਣੀ ਦੀ ਆ। ਸਾਰੀਆਂ ਜੰਗਾਂ ਉਹਨਾਂ ਨੇ ਕਰਕੇ ਤੇ ਮੁਕਤਸਰ ਸਾਹਿਬ ਤੋਂ ਖਿਦਰਾਣੇ ਦੀ ਢਾਬ ਸੀ ਪਹਿਲਾ ਨਾਮ। ਅਖੀਰਲੀ ਜੰਗ ਉਹਨਾਂ ਦੀ ਇਤਿਹਾਸਕਾਰ ਦੱਸਦੇ ਆ ਖਿਦਰਾਣੇ ਦੀ ਢਾਬ 'ਤੇ ਹੋਈ ਆ। ਇਹਨੂੰ ਮੁਕਤਸਰ ਦੀ ਜੰਗ ਕਹਿੰਦੇ ਆ। ਉਸ ਤੋਂ ਬਾਅਦ 1706 ਈਸਵੀ ਦੇ ਵਿੱਚ ਆਪ ਜੀ ਨੇ ਜਿਹੜਾ ਆਪਣਾ ਚੌਥਾ ਤਖਤ ਆ, ਸ਼੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਇਸ ਤਰ੍ਹਾਂ ਵੀ ਕਹਿੰਦੇ ਆ, ਗੁਰੂ ਕੀ ਕਾਂਸ਼ੀ ਵੀ ਕਹਿੰਦੇ ਆ, ਬੜੇ ਨਾਮ ਆ ਉਹਦੇ। ਉੱਥੇ ਆ ਕੇ ਮਹਾਰਾਜ ਨੇ ਦਮ ਲਿਆ। 9 ਮਹੀਨੇ 9 ਦਿਨ ਸਤਿਗੁਰੂ ਜੀ ਉੱਥੇ ਰੁਕੇ ਆ। 9 ਮਹੀਨੇ 9 ਦਿਨ ਗੁਰੂ ਸਾਹਿਬ ਜੀ ਨੇ ਉੱਥੇ ਆਉਣਾ ਕੀਤਾ ਤੇ ਉੱਥੇ ਆ ਕੇ ਆਖਿਆ ਕਿ ਜਿਸ ਤਰ੍ਹਾਂ ਮੰਨਿਆ ਜਾਂਦਾ ਸ਼ਿਵ ਨੇ ਇੱਕ ਕਾਂਸ਼ੀ ਵਸਾਈ ਆ ਬਨਾਰਸ ਦੇ ਲਾਗੇ, ਤੇ ਇਵੇਂ ਹੀ ਇਹ ਸਿੱਖਾਂ ਦੀ ਕਾਂਸ਼ੀ ਹੋਊਗੀ ਜਿੱਥੇ ਆ ਕੇ ਸਿੱਖ ਵਿੱਦਿਆ ਪੜ੍ਹਨਗੇ। ਜਿਹੜੇ ਬੱਚੇ ਪੜ੍ਹਨਾ ਲਿਖਣਾ ਨਹੀਂ ਜਾਣਦੇ ਇੱਥੇ ਆਉਣਗੇ ਤੇ ਵਿੱਦਿਆ ਲੈਣਗੇ। ਉਦੋਂ ਫਿਰ ਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਬਾਬਾ ਧੀਰਮਲ ਕੋਲ ਜਾਓ। ਬਾਬਾ ਧੀਰਮਲ ਜੀ ਕੌਣ ਸਨ? 6ਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਧੀਰਮਲ ਜੀ, 6ਵੇਂ ਪਾਤਸ਼ਾਹ ਜੀ ਦੇ ਪੋਤੇ। ਤੇ ਉਹਨਾਂ ਨੂੰ ਆਖਿਆ ਕਿ ਇਹਨਾਂ ਤੋਂ ਨਾ ਸਰੂਪ ਲੈ ਕੇ ਆਓ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਆਪਾਂ ਉਹਨਾਂ ਨੂੰ ਅੱਗੇ ਇਸ ਤਰ੍ਹਾਂ ਸਾਂਭ ਸੰਭਾਲ ਕਰੀਏ, ਜਾਂ ਬਾਣੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜੋੜਨੀ ਆ। 5 ਗੁਰੂਆਂ ਦੀ ਬਾਣੀ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂਆਂ ਦੀ ਬਾਣੀ ਆ। ਪਹਿਲੇ 5 ਗੁਰੂ ਤੇ 9ਵੇਂ ਗੁਰੂ। ਉਦੋਂ 9ਵੇਂ ਗੁਰੂ ਮਹਾਰਾਜ ਦੀ ਬਾਣੀ ਨਹੀਂ ਦਰਜ ਸੀ। ਸਤਿਗੁਰੂ ਜੀ ਨੇ ਆਖਿਆ ਕਿ ਬਾਬਾ ਧੀਰਮਲ ਜੀ ਤੋਂ ਲੈ ਆਓ ਸਰੂਪ, ਉਹਦੇ ਵਿੱਚ ਬਾਣੀ ਆਪਾਂ ਸੰਪਾਦਨਾ ਕਰੀਏ। ਬਾਬਾ ਧੀਰਮਲ ਜੀ ਕਹਿਣ ਲੱਗੇ ਗੁੱਸੇ 'ਚ ਆ ਕੇ, ਜੇ ਤੁਹਾਡੇ ਗੁਰੂ ਇੰਨੇ ਕਾਮਲ ਆ, ਪੂਰਨ, ਉਹ ਸਾਡੇ ਤੋਂ ਸਾਡੇ ਵੱਡਿਆਂ ਦੀ ਇਹ ਜਿਹੜੀ ਦਾਤ ਆ ਕਿਉਂ ਮੰਗ ਰਹੇ ਆ? ਖੁਦ ਉਚਾਰ ਲੈਣ ਜੇ ਇੰਨੇ ਪੂਰਨ ਗੁਰੂ ਕਹਿੰਦੇ ਹੋ। ਗੁਰੂ ਗੋਬਿੰਦ ਸਿੰਘ ਜੇ ਪੂਰਨ ਹੈ ਤੇ ਖੁਦ ਕਿਉਂ ਨਹੀਂ ਬਾਣੀ ਉਚਾਰ ਲੈਂਦੇ? ਸਾਨੂੰ ਕਿਉਂ ਕਹਿ ਰਹੇ ਆ? ਇਹ ਸਾਡੇ ਵੱਡਿਆਂ ਦੀ ਦਾਤ ਆ, ਮੈਂ ਨਹੀਂ ਦੇਣੀ। ਗੁਰੂ ਸਾਹਿਬ ਜੀ ਦਾ ਸਰੂਪ ਬਾਬਾ ਧੀਰਮਲ ਨੇ ਨਹੀਂ ਦਿੱਤਾ। ਸਿੰਘਾਂ ਨੇ ਆ ਕੇ ਮਹਾਰਾਜ ਨੂੰ ਆਖਿਆ, ਸਤਿਗੁਰੂ ਜੀ ਉਹ ਸਰੂਪ ਨਹੀਂ ਦੇ ਰਹੇ। ਸਤਿਗੁਰੂ ਜੀ ਨੇ ਆਖਿਆ, ਕੋਈ ਗੱਲ ਨਹੀਂ, ਜਿੱਦਾਂ ਦਾ ਉਹਨਾਂ ਦਾ ਸੁਭਾਅ ਹੈ ਉਹ ਠੀਕ, ਹੁਣ ਤੁਸੀਂ ਤਿਆਰੀ ਕਰੋ। ਭਾਈ ਮਣੀ ਸਿੰਘ ਜੀ ਨੂੰ ਮਹਾਰਾਜ ਨੇ ਆਖਿਆ, ਬਾਬਾ ਦੀਪ ਸਿੰਘ ਜੀ ਨੂੰ ਆਖਿਆ, ਹੋਰ ਖਾਲਸੇ ਫੌਜ ਨੂੰ ਆਖਿਆ, ਤਿਆਰੀ ਕਰੋ। ਇੱਥੇ ਹੀ ਆਪਾਂ ਗੁਰੂ ਸਾਹਿਬ ਜੀ ਦੀ ਬਾਣੀ ਜਿਹੜੀ ਆ
ਫਿਰ ਤੋਂ ਇੱਕ ਵਾਰ ਮੂੰਹ ਜ਼ਬਾਨੀ ਸੰਪਾਦਨਾ ਕਰਾਂਗੇ, ਲਿਖਾਵਾਂਗੇ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ। ਫਿਰ ਇਸ ਤਰ੍ਹਾਂ ਹੋਇਆ ਇਹ ਕਾਰਜ। ਗੁਰੂ ਮਹਾਰਾਜ ਸਵੇਰ ਵੇਲੇ ਬਾਣੀ ਉਚਾਰਦੇ, ਭਾਈ ਮਣੀ ਸਿੰਘ ਜੀ ਲਿਖਾਰੀ ਬਣੇ ਆ ਤੇ ਨਾਲ ਉਹਨਾਂ ਦੇ ਸਹਾਇਕ ਬਾਬਾ ਦੀਪ ਸਿੰਘ ਜੀ ਬਣੇ ਆ। ਜਿਹੜੀ ਸਵੇਰ ਵੇਲੇ ਬਾਣੀ ਉਚਾਰੀ ਜਾਂਦੀ ਤੇ ਲਿਖੀ ਜਾਂਦੀ, ਸ਼ਾਮ ਨੂੰ ਉਹਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਥਾ ਕਰਦੇ। ਫਿਰ ਸਵੇਰ ਵੇਲੇ ਬਾਣੀ ਉਚਾਰਦੇ ਮੂੰਹ ਜ਼ਬਾਨੀ, ਸ਼ਾਮ ਨੂੰ ਉਹਦੀ ਕਥਾ ਕਰਦੇ। 42 ਸਿੰਘਾਂ ਨੇ ਕਥਾ ਸੁਣੀ ਹੈ, ਜਿਹਦੇ ਵਿੱਚ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਸਨ। 9 ਮਹੀਨੇ 9 ਦਿਨ ਸਤਿਗੁਰੂ ਜੀ ਦਮਦਮਾ ਸਾਹਿਬ ਆ ਕੇ ਦਮ ਲਿਆ, ਤਾਂ ਹੀ ਉਹਦਾ ਨਾਮ ਦਮਦਮਾ ਸਾਹਿਬ ਪਿਆ। ਅੱਜ ਉਹ ਆਪਣਾ ਚੌਥਾ ਤਖਤ ਆ, ਚੌਥੇ ਨੰਬਰ ਦਾ। ਉੱਥੇ ਮਹਾਰਾਜ ਨੇ ਫਿਰ ਇੱਕੋ ਓਂਕਾਰ ਤੋਂ ਲੈ ਕੇ 18 10 20 ਤੱਕ ਬਾਣੀ ਰਚੀ ਆ। ਇਹਨੂੰ ਦਮਦਮਾ ਸਾਹਿਬ ਵਾਲੀ ਬੀੜ ਆਖਦੇ। ਭਾਈ ਮਣੀ ਸਿੰਘ ਜੀ ਨੂੰ ਉੱਥੋਂ ਹੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਥਾਪਿਆ। ਮਾਤਾ ਸੁੰਦਰ ਕੌਰ ਜੀ ਨੂੰ ਆਖਿਆ, ਬਾਬਾ ਦੀਪ ਸਿੰਘ ਜੀ ਨੂੰ ਆਖਿਆ, ਤੁਸੀਂ ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ ਹੈ। 1706 ਦੀ ਇਹ ਗੱਲ ਆ, ਸਾਉਣ ਦਾ ਮਹੀਨਾ, ਕਿ ਅਸੀਂ 2 ਸਾਲ ਰਹਿ ਗਏ ਸੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਲਈ। ਉਹਨਾਂ ਨੇ ਹਜੂਰ ਸਾਹਿਬ ਉਹ ਬਤੀਤ ਕੀਤੇ ਆ। ਪਿਛਲੇ ਜਿਹੜੇ ਜ਼ਿੰਦਗੀ ਦੇ ਪਿਛਲੇ ਸਾਲ ਸੀ, ਬਹੁਤ ਸੋਹਣੀ ਜਗ੍ਹਾ ਹਜੂਰ ਸਾਹਿਬ, ਉੱਥੇ ਮਹਾਰਾਜ ਨੇ ਆਉਣਾ ਕੀਤਾ। ਹਿਰਨਾਂ ਦੀਆਂ ਡਾਰਾਂ ਉੱਥੇ ਸੀ, ਬਹੁਤ ਸੋਹਣੇ ਦਰਖਤ ਉੱਥੇ ਸੀ। ਉੱਥੇ ਉਹ ਕੌਮ ਰਹਿੰਦੀ ਆ ਜਿਹਨੂੰ ਆਪਾਂ ਮਾਰਸ਼ਲ ਕੌਮ ਕਹਿੰਦੇ। ਦੱਖਣੀ ਸਿੰਘਾਂ ਦਾ ਵਿਸ਼ਵਾਸ ਸਾਡੇ ਨਾਲੋਂ ਵੱਧ ਆ, ਉਹਨਾਂ 'ਚ ਜਜ਼ਬਾ ਵੀ ਵੱਧ ਆ, ਉਹਨਾਂ 'ਚ ਸੂਰਮਤਾਈ ਵੀ ਵੱਧ ਆ। ਜੇ ਸੀਸ ਦੇਣ ਦੀ ਲੋੜ ਪਈ ਆ ਤੇ ਉੱਥੋਂ ਹੀ 5 ਪਿਆਰੇ ਜਿਹੜੇ ਸੀ ਉਹਨਾਂ ਵਿੱਚੋਂ ਤੇ ਕੁਝ ਪਿਆਰੇ ਉੱਥੋਂ ਹੀ ਆਏ ਸੀਗੇ ਚੱਲ ਕੇ, ਜਿਨ੍ਹਾਂ ਨੇ ਮਹਾਰਾਜ ਲਈ ਜਾਂ ਸਿੰਘ ਬਲੀਦਾਨ ਦਿੱਤਾ। ਉਹਨਾਂ 'ਚ ਮਾਰਸ਼ਲ ਕੌਮ ਆ, ਜਿਹੜੀ ਮਹਾਰਾਸ਼ਟਰ ਦੇ ਲੋਕ ਆ। ਆਪਾਂ ਕਹਿੰਦੇ ਇੱਦਾਂ ਰਹਿੰਦੇ ਆ, ਉਹ ਰਹਿਣ ਸਹਿਣ ਨਾਲ ਨਹੀਂ ਮਤਲਬ ਹੁੰਦਾ, ਉਹਨਾਂ ਜੋਸ਼ ਵਾਲਾ ਉਹਨਾਂ 'ਚ ਸਿੰਘਾਂ 'ਚ। ਉਹ ਕੁਰਬਾਨੀ ਦੇਣ ਨੂੰ ਸਕਿੰਟ ਲਾਉਂਦੇ ਆ। ਅੱਜ ਵੀ ਉਹ ਘੋੜੇ ਰੱਖਦੇ ਆ ਮਹਾਰਾਜ, ਬਰਾਤ ਉਹਨਾਂ ਦੀ ਘੋੜਿਆਂ 'ਤੇ ਜਾਂਦੀ ਹੈ। ਉੱਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਗਾਤਾਂ ਨੂੰ ਸਾਂਭੀ ਫਿਰਦੇ ਆ, ਦਿਲ ਨਾਲ ਲਾ ਕੇ ਰੱਖੀਆਂ ਉਹਨਾਂ ਚੀਜ਼ਾਂ। ਬਹੁਤ ਪਿਆਰੇ ਨੇ ਦੱਖਣੀ ਸਿੰਘ ਜਿਹੜੇ। ਤੇ ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ, ਕਹਿਣ ਲੱਗੇ ਤੁਸੀਂ ਵਿੱਦਿਆ ਇੱਥੇ ਪੜ੍ਹਾਓ। ਇੱਥੋਂ ਹੀ ਟਕਸਾਲ, ਦਮਦਮੀ ਟਕਸਾਲ ਇੱਥੋਂ ਸ਼ੁਰੂ ਹੋਈ ਹੈ। ਹੁਣ ਦਮਦਮੀ ਟਕਸਾਲ ਕਹਿੰਦੇ ਆ। ਬਾਅਦ ਵਿੱਚ ਉਹਦੀਆਂ ਸੰਪਰਦਾਵਾਂ ਵੰਡੀਆਂ ਗਈਆਂ। ਇੱਕ ਮਹਿਤੇ ਹੋ ਗਈ ਆ, ਇਹ ਭਿੰਡਰਾਂ ਹੋ ਗਈ ਆ, ਵੱਖ ਵੱਖ ਹੋ ਗਏ ਉਹਦੇ, ਉਹ ਵੀ ਉਹਦੇ ਪਾਰਟ ਬਣ ਗਏ ਹੌਲੀ ਹੌਲੀ ਫਿਰ। ਪਰ ਉਹ ਸ਼ੁਰੂ ਦਮਦਮਾ ਸਾਹਿਬ ਹੋਈ ਆ। ਬਾਬਾ ਦੀਪ ਸਿੰਘ ਜੀ ਟਕਸਾਲ ਦੇ ਪਹਿਲੇ ਮੁਖੀ ਹੋਏ ਆ। ਮਾਤਾ ਸੁੰਦਰ ਕੌਰ ਜੀ, ਇਹਨਾਂ ਨੇ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਆ। ਅੱਜ ਵੀ ਜਿਹੜਾ ਬੱਚਾ ਪੜ੍ਹਨ 'ਚ ਕਮਜ਼ੋਰ ਆ, ਉਹਨੂੰ ਉੱਥੇ ਲਿਜਾ ਕੇ ਦਮਦਮਾ ਸਾਹਿਬ ਊੜਾ ਆਇੜਾ ਈਵੜੀ ਸੱਸਾ ਹਾਹਾ ਇਹ ਲਿਖਾਇਆ ਜਾਂਦਾ। ਤੇ ਉਹ ਕਿਹਾ ਮਹਾਰਾਜ ਨੇ ਜਿਹੜਾ ਇੱਥੇ ਆਊਗਾ ਵਿੱਦਿਆ ਪੜ੍ਹੂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸੰਪੂਰਨਤਾ ਹੋਈ। 9 ਮਹੀਨੇ 9 ਦਿਨ ਦਮਦਮਾ ਸਾਹਿਬ ਆਪ ਜੀ ਰੁਕੇ ਆ, ਸੋਹਣਿਆਂ ਦੇ ਸੁਲਤਾਨ ਜੀ। ਤੇ ਸਰੂਪ ਨੂੰ ਮਹਾਰਾਜ ਨੇ ਮੂੰਹ ਜ਼ਬਾਨੀ ਉਚਾਰਨ ਕੀਤਾ। ਬਾਣੀ ਸਾਰੀ ਕੰਠ ਸੀ, ਉਚਾਰਨ ਕੀਤੀ। ਭਾਈ ਮਣੀ ਸਿੰਘ ਜੀ ਨੇ ਲਿਖੀ ਆ, ਲਿਖਾਰੀ ਬਣੇ ਆ। ਤੇ ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਬਣੇ ਆ। ਮੰਨਿਆ ਜਾਂਦਾ 2 ਹੋਰ ਗੁਰਸਿੱਖ ਸੀਗੇ, ਬੰਸਾਵਲੀ ਵਿੱਚ ਉਹਨਾਂ ਦਾ ਨਾਮ ਲਿਖਿਆ ਹੋਇਆ, ਤੇ ਉਹਨਾਂ ਨੇ ਵੀ ਮਦਦ ਕੀਤੀ ਹੈ। ਇਹ ਲਗਭਗ 4 ਜਾਣੇ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਰੂਪ ਲਿਖਣ 'ਚ ਮਦਦ ਕੀਤੀ। ਪਰ ਪ੍ਰਮੁੱਖ ਨਾਮ ਭਾਈ ਮਣੀ ਸਿੰਘ ਜੀ ਦਾ ਹੀ ਆਉਂਦਾ, ਦੂਜੇ ਨੰਬਰ 'ਤੇ ਬਾਬਾ ਦੀਪ ਸਿੰਘ ਜੀ ਦਾ ਆਉਂਦਾ। ਇਸ ਤਰ੍ਹਾਂ ਇਹ ਸਾਰਾ ਸਰੂਪ ਸੰਪੂਰਨ ਹੋਇਆ ਅੱਜ ਦੇ ਦਿਨ। ਤਾਂ ਹੀ ਇਹਨੂੰ ਸੰਪੂਰਨਤਾ ਦਿਵਸ ਕਹਿੰਦੇ ਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਵਿੱਚ ਨਹੀਂ ਜੋੜੀ ਗਈ ਸੀ, ਤਾਂ ਇਹ ਦਿਨ ਸੀ ਜਦੋਂ ਸੰਪੂਰਨ ਹੋਈ। ਤੇ ਰਾਗਮਾਲਾ ਲਿਖ ਕੇ ਸੰਪੂਰਨਤਾ ਹੋਈ। ਅਰਦਾਸ ਕੀਤੀ ਗੁਰੂ ਸਾਹਿਬ ਜੀ ਨੇ। ਜਿਹੜੀ ਸੁਬਾ ਬਾਣੀ ਉਚਾਰੀ ਆ, ਉਹਦੀ ਸ਼ਾਮੀ ਕਥਾ ਕੀਤੀ ਆ। 42 ਸਿੰਘਾਂ ਨੇ ਤੇ ਸੰਗਤਾਂ ਨੇ ਕਥਾ ਸੁਣੀ ਆ। 42 ਸਿੰਘ ਉਹ ਮੁਕਤ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਤੋਂ, ਜਿਨ੍ਹਾਂ ਨੇ 9 ਮਹੀਨਿਆਂ ਵਿੱਚ ਕਥਾ ਸੁਣੀ ਸੀ। ਤੇ ਪੂਰਾ ਹੀ ਇਹ ਆਨੰਦ ਭਰੇ ਦਿਨ ਸੀ ਉੱਥੇ। ਤਾਂ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ। ਅੱਜ ਸਾਡੇ ਗੁਰੂ ਜੀ ਦਾ ਸੰਪੂਰਨਤਾ ਦਿਵਸ ਹੈ। ਸੋ ਬਾਬਾ ਧੀਰਮਲ ਜੀ ਨੇ ਜਦੋਂ ਆਖਿਆ ਜੇ ਪੂਰਾ ਗੁਰੂ ਆ ਤੇ ਆਪ ਉਚਾਰ ਲਵੇ ਬਾਣੀ, ਤੇ ਵਾਕਈ ਉਹ ਪੂਰੇ ਸੀਗੇ। ਫਿਰ
ਫਿਰ ਉਹ ਸੰਪੂਰਨ ਸੀ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਤਾਂ ਇੱਥੇ ਦੇਖੋ ਇਹ ਹੈਰਾਨੀ ਵਾਲੀ ਗੱਲ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦੇ ਆ ਅਤੇ ਸੰਪੂਰਨ ਵੀ ਉਹੀ ਕਰਦੇ ਆ, ਪਰ ਉਹਨਾਂ ਦੀ ਖੁਦ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਉਹਨਾਂ ਦੀ ਖੁਦ ਦੀ ਬਾਣੀ ਨਹੀਂ ਹੈਗੀ। ਕਿਉਂਕਿ ਕੋਈ ਫਰਕ ਹੀ ਹੈ ਨਹੀਂ। ਕਈ ਵਾਰ ਆਪਾਂ ਕਹਿੰਦੇ ਉਹਨਾਂ ਦੀ ਖੁਦ ਦੀ ਬਾਣੀ ਹੈ ਨਹੀਂ। ਜੋਤ ਓਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਫਰਕ ਥੋੜ੍ਹੀ ਆ, ਕੋਈ ਫਰਕ ਨਹੀਂ। ਵੈਸੇ ਕਹਿਣ ਨੂੰ ਕਹਿਣਾ ਪੈਂਦਾ ਕਿ ਪਹਿਲੇ 5 ਗੁਰੂ ਅਤੇ 9ਵੇਂ ਗੁਰੂਆਂ ਦੀ ਬਾਣੀ ਇਹ ਦਰਜ ਆ। ਸਾਰੇ ਗੁਰੂ ਇੱਕ ਹੀ ਸੀਗੇ, ਗੁਰੂ ਨਾਨਕ ਦੀ ਹੀ ਜੋਤ ਆ, ਸਭ ਦੀ ਬਾਣੀ ਦਰਜ ਆ। ਤਾਂ ਜਦੋਂ ਆਪਾਂ ਮੱਥਾ ਟੇਕਦੇ ਹਾਂ, ਸਾਰਿਆਂ ਨੂੰ ਮੱਥਾ ਟੇਕਣਾ ਅਤੇ ਸਾਰੇ ਗੁਰੂਆਂ ਨੂੰ ਮੱਥਾ ਟੇਕਦੇ ਹਾਂ। 15 ਭਗਤ ਵਿੱਚ ਸਜੇ ਆ, ਉਹਨਾਂ ਨੂੰ ਮੱਥਾ ਟੇਕਦੇ ਹਾਂ। ਗੁਰਸਿੱਖ ਆ ਅਤੇ ਬਾਬਾ ਸੁੰਦਰ ਜੀ, ਬਾਬਾ ਮੋਹਨ ਜੀ ਅਤੇ ਇਸ ਤਰ੍ਹਾਂ ਭਾਈ ਸੱਤਾ ਬਲਵੰਡ ਜੀ, ਭਾਈ ਮਰਦਾਨਾ ਜੀ, ਇਹਨਾਂ ਨੂੰ ਮੱਥਾ ਟੇਕਿਆ ਜਾਂਦਾ। ਨਾਲ ਭੱਟ ਨੇ 11 ਭੱਟ ਆ, ਉਹਨਾਂ ਨੂੰ ਮੱਥਾ ਟੇਕਿਆ ਜਾਂਦਾ। ਭੱਟ ਹਰਬੰਸ ਜੀ, ਭੱਟ ਮਤਰਾ ਜੀ, ਭੱਟ ਕੱਲ ਜੀ, ਭੱਟ ਸੱਲ, ਭੱਟ ਨਲ ਜੀ, ਇਹਨਾਂ ਸਾਰੇ ਜਿਹੜੇ 11 ਭੱਟ ਨੇ ਇਹਨਾਂ ਨੂੰ ਮੱਥਾ ਟੇਕਿਆ ਜਾਂਦਾ। ਤਾਂ ਗੁਰੂ ਸਾਹਿਬ ਕਿਰਪਾ ਕਰਨ, ਅੱਜ ਸੰਪੂਰਨਤਾ ਦਿਵਸ ਆ। ਅਸੀਂ ਵੀ ਐਸੇ ਗੁਰੂ ਨਾਲ ਜੁੜ ਕੇ ਸੰਪੂਰਨ ਹੋਈਏ। ਆਓ ਐਸੇ ਗੁਰੂ ਦੀ ਯਾਦ ਵਿੱਚ ਆਪਾਂ ਅੱਖਾਂ ਮੀਟ ਕੇ, ਚੌਂਕੜਾ ਮਾਰ ਕੇ ਪਿਆਰੇ ਨੂੰ ਯਾਦ ਕਰੀਏ। ਬਿਨ ਸਿਮਰਨ ਜੋ ਜੀਵਨ ਬਲਣਾ, ਸਿਮਰਨ ਤੋਂ ਬਿਨਾਂ ਜ਼ਿੰਦਗੀ ਬਹੁਤ ਲੰਮੀ ਹੋਵੇ ਪਰ ਉਹ ਸੱਪ ਜੈਸੀ ਹੁੰਦੀ ਹੈ, ਸਰਪ ਜੈਸੇ ਅਰਜਾਰੀ। ਸਿਮਰਨ ਕਰਕੇ ਜ਼ਿੰਦਗੀ ਭਾਵੇਂ ਛੋਟੀ ਹੋਵੇ, ਉਹ ਫੁੱਲਾਂ ਵਰਗੀ ਹੁੰਦੀ ਆ, ਖੁਸ਼ਬੂ ਵਾਲੀ ਹੁੰਦੀ ਹੈ। ਭੁੱਲ ਚੁੱਕ ਦੀ ਖਿਮਾ। ਆਓ ਆਪਣੇ ਗੁਰੂ ਦੀ ਯਾਦ ਵਿੱਚ ਚੌਂਕੜਾ ਮਾਰੀਏ, ਵਾਹਿਗੁਰੂ ਕਹੀਏ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਠਾਕੁਰ